Hello students, in this lecture we will learn how to find mod. Mod ਹੁੰਦਾ ਕੀ ਹੈ ਕਿਸੇ ਵੀ ਸੀਰੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਵਾਰ ਜਿਹੜੀ ਵੈਲਿਊ ਆ ਰਹੀ ਹੈ ਰਿਪੀਟ ਹੋ ਰਹੀ ਆ ਉਹਨੂੰ ਅਸੀਂ ਉਸ ਸੀਰੀਜ਼ ਦਾ ਮੋਡ ਕਹਿੰਦੇ ਆ। ਤਾਂ ਮੋਡ ਕੀ ਹੁੰਦਾ ਮੋਸਟ ਫ੍ਰੀਕੁਐਂਟ ਅਕਰਿੰਗ ਵੈਲਿਊ ਇਨ ਏ ਸੀਰੀਜ਼। ਤਾਂ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇੰਡੀਵਿਜੂਅਲ ਸੀਰੀਜ਼ ਦੇ ਲਈ ਮੋਡ ਫਾਈਂਡ ਕਰਨਾ ਤਾਂ ਫਿਰ ਬਹੁਤ ਈਜ਼ੀ ਰਹੇਗਾ ਬਿਕਾਜ਼ ਉਹਦੇ ਵਿੱਚ ਅਸੀਂ ਸਿੰਪਲੀ ਦੇਖਣਾ ਕਿ ਕਿਹੜੀ ਮੋਸਟ ਜਿਹੜੀ ਫ੍ਰੀਕੁਐਂਟ ਜਾਂ ਮੋਸਟ ਅਕਰਿੰਗ ਵੈਲਿਊ ਹੈਗੀ ਆ। ਸਪੋਜ਼ ਇੱਥੇ ਮੈਂ ਇੱਕ ਐਗਜ਼ਾਮਪਲ ਲੈ ਰਹੀ ਹਾਂ 5 3 2 1 8 2 8 8 7 5 6 8 7 9 15। ਸਪੋਜ਼ ਇਹ ਕੋਈ ਡਾਟਾ ਹੈਗਾ ਸੀਰੀਜ਼ ਸਾਡੇ ਕੋਲ ਤਾਂ ਇਹਦਾ ਮੋਡ ਫਾਈਂਡ ਕਰਨ ਲਈ ਸਭ ਤੋਂ ਪਹਿਲਾ ਸਟੈਪ ਕੀ ਹੋਏਗਾ, ਇਹਨੂੰ ਅਸੀਂ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਲਿਖਾਂਗੇ। ਦੈਨ ਦੇਖਾਂਗੇ ਕਿ ਕਿਹੜੀ ਉਹ ਵੈਲਿਊ ਆ ਜਿਹੜੀ ਸਭ ਤੋਂ ਜ਼ਿਆਦਾ ਵਾਰ ਇਹਦੇ ਵਿੱਚ ਰਿਪੀਟ ਹੋ ਰਹੀ ਆ, ਉਹ ਸਾਡਾ ਮੋਡ ਹੋਏਗਾ। ਤਾਂ ਇੱਥੇ ਸੀਰੀਜ਼ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖਣ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਇੱਥੇ 2 ਟਾਈਮਸ ਆ ਰਿਹਾ, 5 2 ਟਾਈਮਸ ਆ ਰਿਹਾ, 7 2 ਟਾਈਮਸ ਆ ਰਿਹਾ, 8 4 ਟਾਈਮਸ ਆ ਰਿਹਾ, ਬਾਕੀ ਸਾਰੀਆਂ ਵੈਲਿਊਜ਼ ਜਿਹੜੀਆਂ ਉਹ 1 ਟਾਈਮ ਆ ਰਹੀਆਂ। ਤਾਂ ਦੈਟ ਮੀਨਸ ਕਿ 8 ਜਿਹੜਾ ਆ ਉਹ ਸਭ ਤੋਂ ਜ਼ਿਆਦਾ ਵਾਰ ਆ ਰਿਹਾ। ਤਾਂ ਇਹ ਸਾਡਾ ਮੋਡ ਹੋ ਗਿਆ। ਮੋਡ ਨੂੰ ਅਸੀਂ Z ਨਾਲ ਰਿਪਰੈਜ਼ੈਂਟ ਕਰਦੇ ਹਾਂ। ਇੱਥੇ ਮੋਡ ਕਿੰਨਾ ਆ ਗਿਆ ਸੀਰੀਜ਼ ਦਾ 8, ਵਿਚ ਇਜ਼ ਦਾ ਮੋਸਟ ਅਕਰਿੰਗ ਵੈਲਿਊ ਇਨ ਦਿਸ ਸੀਰੀਜ਼। ਸੋ ਅਗਰ ਹੁਣ ਕਿਸੇ ਸੀਰੀਜ਼ ਦੇ ਵਿੱਚ ਕੋਈ ਵੀ ਵੈਲਿਊ ਰਿਪੀਟ ਹੋਵੇ ਹੀ ਨਾ, ਸਪੋਜ਼ ਇੱਥੇ ਕੋਈ ਇੱਕ ਸੀਰੀਜ਼ ਹੁੰਦੀ 1 5 9 15 18 70 75 36 85, ਇਹ ਸੀਰੀਜ਼ ਅਸੀਂ ਦੇਖ ਸਕਦੇ ਹਾਂ ਇਹਦੇ ਵਿੱਚ ਕੋਈ ਵੀ ਵੈਲਿਊ ਜਿਹੜੀ ਉਹ ਰਿਪੀਟ ਨਹੀਂ ਹੋ ਰਹੀ, ਸਾਰੀਆਂ ਵੈਲਿਊਜ਼ 1 ਟਾਈਮ ਆ ਰਹੀਆਂ। ਤਾਂ ਇਸ ਤਰ੍ਹਾਂ ਦੀ ਸੀਰੀਜ਼ ਦੇ ਵਿੱਚ ਅਸੀਂ ਮੋਡਫਾਈ ਨਹੀਂ ਕਰ ਸਕਦੇ। ਇਹਦਾ ਮੋਡ ਅਸੀਂ ਕੀ ਲਿਖਾਂਗੇ, ਮੋਡ ਇਜ਼ ਇਲ ਡਿਫਾਈਨਡ। ਤਾਂ ਜਿਹਦੇ ਵਿੱਚ ਕੋਈ ਵੀ ਵੈਲਿਊ ਰਿਪੀਟ ਨਹੀਂ ਹੋ ਰਹੀ, ਉਸ ਸੀਰੀਜ਼ ਦਾ ਇੰਡੀਵਿਜੂਅਲ ਸੀਰੀਜ਼ ਦਾ ਮੋਡ ਕੀ ਹੋਏਗਾ, ਇਲ ਡਿਫਾਈਨਡ। ਤਾਂ ਡਿਸਕ੍ਰੀਟ ਸੀਰੀਜ਼ ਦੇ ਲਈ ਮੋਡ ਫਾਈਂਡ ਕਰਨ ਦੇ ਸਾਡੇ ਕੋਲ ਦੋ ਤਰੀਕੇ ਹੈ। ਇੱਕ ਹੈ ਇਨਸਪੈਕਸ਼ਨ ਮੈਥਡ ਐਂਡ ਸੈਕਿੰਡ ਇਜ਼ ਗਰੁੱਪਿੰਗ ਮੈਥਡ। ਹੁਣ ਇਨਸਪੈਕਸ਼ਨ ਮੈਥਡ ਨੂੰ ਅਪਲਾਈ ਕਰਨਾ ਬਹੁਤ ਈਜ਼ੀ ਹੈ ਕਿ ਸਿੰਪਲੀ ਅਸੀਂ ਸੀਰੀਜ਼ ਕੋਈ ਡਿਸਕ੍ਰੀਟ ਸੀਰੀਜ਼ ਲਵਾਂਗੇ, ਉਹਦੇ ਵਿੱਚ ਦੇਖਾਂਗੇ ਕਿ ਜਿਹੜੀ ਸਭ ਤੋਂ ਜ਼ਿਆਦਾ ਵਾਰ ਜਿਹੜੀ ਵੈਲਿਊ ਆ ਰਹੀ ਹੈ, ਦੈਟ ਮੀਨਸ ਕਿ ਜਿਹੜੀ ਹਾਈਐਸਟ ਫ੍ਰੀਕੁਐਂਸੀ ਹੈਗੀ ਆ ਉਹ ਸਾਡਾ ਆਨਸਰ ਹੋਏਗਾ। ਬਟ ਇਸ ਮੈਥਡ ਨੂੰ ਅਪਲਾਈ ਕਰਨ ਦੇ ਲਈ ਕੁਛ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਜਿਹੜੀਆਂ ਕਿ ਸੀਰੀਜ਼ ਦੇ ਵਿੱਚ ਚੈੱਕ ਕਰਨੀਆਂ ਪੈਂਦੀਆਂ। ਅਗਰ ਉਹ ਕੰਡੀਸ਼ਨਸ ਫੁੱਲਫਿਲ ਨਹੀਂ ਹੋ ਰਹੀਆਂ ਤਾਂ ਇੰਸਪੈਕਸ਼ਨ ਮੈਥਡ ਅਸੀਂ ਨਹੀਂ ਲਗਾ ਸਕਦੇ। ਉਹਦੇ ਨਾਲ ਮੋਡ ਜਿਹੜਾ ਆ ਉਹ ਸਾਡੇ ਕੋਲ ਰੋਂਗ ਵੈਲਿਊ ਆਉਣ ਦੇ ਚਾਂਸਿਸ ਰਹਿੰਦੇ ਆ। ਤਾਂ ਉਹ ਕਿਹੜੀਆਂ ਟਰਮਸ ਐਂਡ ਕੰਡੀਸ਼ਨਸ ਹੈਗੀਆਂ, ਫਸਟ ਆਫ ਆਲ ਤਾਂ ਇਹ ਜਿਹੜੀ ਸੀਰੀਜ਼ ਹੋਵੇ ਸਾਡੇ ਕੋਲ, ਸਪੋਜ਼ ਫ੍ਰੀਕੁਐਂਸੀਜ਼ ਹੈਗੀਆਂ, ਉਹ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਕਿ ਉਹਨਾਂ ਦੇ ਵਿੱਚ ਗ੍ਰੈਜੂਅਲ ਰਾਈਜ਼ ਔਰ ਫਾਲ ਆਵੇ। ਇੱਕਦਮ ਬਹੁਤ ਜ਼ਿਆਦਾ ਕੋਈ ਵੈਲਿਊਜ਼ ਵੱਧ ਨਾ ਜਾਣ, ਇੱਕਦਮ ਕੋਈ ਘੱਟ ਨਾ ਜਾਣ। ਮਤਲਬ ਗ੍ਰੈਜੂਅਲ ਦਾ ਮਤਲਬ ਸਲੋਲੀ ਰਾਈਜ਼ ਆਵੇ, ਸਲੋਲੀ ਫਾਲ। ਫੋਰ ਐਗਜ਼ਾਮਪਲ ਮੈਂ ਇੱਥੇ ਫ੍ਰੀਕੁਐਂਸੀਜ਼ ਲਵਾਂ ਤਾਂ ਫ੍ਰੀਕੁਐਂਸੀਜ਼ ਹੋਣ ਜਿਸ ਤਰ੍ਹਾਂ 3 8 15 30 25 17 8। ਤੁਸੀਂ ਦੇਖੋ ਪਹਿਲੇ ਹੌਲੀ ਹੌਲੀ ਸੀਰੀਜ਼ ਦੇ ਵਿੱਚ ਇਨਕਰੀਜ਼ ਹੋ ਰਿਹਾ, ਫਿਰ ਇੱਥੇ ਆ ਕੇ ਹਾਈਐਸਟ ਹੋ ਗਈ, ਫਿਰ ਹੌਲੀ ਹੌਲੀ ਡਿਕਰੀਜ਼ ਹੋਣਾ ਸ਼ੁਰੂ ਹੋ ਗਿਆ। ਤਾਂ ਇਸ ਤਰ੍ਹਾਂ ਕੋਈ ਸੀਰੀਜ਼ ਜਿਹੜੀ ਆ ਹੋਣੀ ਚਾਹੀਦੀ ਆ। ਇਸ ਤਰ੍ਹਾਂ ਅਗਰ ਹੁੰਦਾ ਇੱਥੇ ਕਿ 3 8 100 5000, ਫਿਰ ਇੱਕਦਮ ਡਿਕਰੀਜ਼ ਆ ਗਿਆ 700 17 8, ਤੁਸੀਂ ਦੇਖ ਸਕਦੇ ਹੋ ਇੱਕਦਮ ਕਿੰਨਾ ਜ਼ਿਆਦਾ ਗ੍ਰੈਜੂਅਲੀ ਇਨਕਰੀਜ਼ ਆ ਗਿਆ, ਫਿਰ ਡਿਕਰੀਜ਼ ਆ ਗਿਆ। ਤਾਂ ਇਸ ਤਰ੍ਹਾਂ ਦਾ ਹੀ ਅਗਰ ਕੋਈ ਸੀਰੀਜ਼ ਆ ਜਾਏ ਤਾਂ ਇਹਦੇ ਲਈ ਫਿਰ ਗਰੁੱਪਿੰਗ ਮੈਥਡ ਹੀ ਅਪਲਾਈ ਕਰਨਾ ਪੈਂਦਾ। ਅਗਰ ਇਸ ਤਰ੍ਹਾਂ ਸਿੰਪਲੀ ਇੱਕ ਗ੍ਰੈਜੂਅਲ ਰਾਈਜ਼ ਐਂਡ ਗ੍ਰੈਜੂਅਲ ਫਾਲ ਆ ਰਿਹਾ ਤਾਂ ਉਸ ਸੀਰੀਜ਼ ਦੇ ਲਈ ਅਸੀਂ ਇੰਸਪੈਕਸ਼ਨ ਮੈਥਡ ਨਾਲ ਆਨਸਰ ਫਾਈਂਡ ਕਰ ਸਕਦੇ ਹਾਂ। ਦੂਜੀ ਕੰਡੀਸ਼ਨ ਕੀ ਆ ਕਿ ਜੋ ਹਾਈਐਸਟ ਐਂਡ ਸੈਕਿੰਡ ਹਾਈਐਸਟ ਜਿਹੜੀ ਸਾਡੇ ਕੋਲ ਫ੍ਰੀਕੁਐਂਸੀਜ਼ ਹੋਣ, ਉਹਨਾਂ ਦੇ ਵਿੱਚ ਡਿਫਰੈਂਸ ਘੱਟੋ ਘੱਟ ਜਿਹੜਾ ਉਹ 4 ਤੋਂ ਜ਼ਿਆਦਾ ਹੋਣਾ ਚਾਹੀਦਾ, ਗ੍ਰੇਟਰ ਦੈਨ 4 ਹੋਣਾ ਚਾਹੀਦਾ ਡਿਫਰੈਂਸ। ਸਪੋਜ਼ ਇੱਥੇ ਦੇਖੋ ਆਹ ਸੀਰੀਜ਼ ਦੇਖੋ, ਇਹਦੇ ਵਿੱਚ ਫ੍ਰੀਕੁਐਂਸੀ ਜਿਹੜੀਆਂ ਆ, ਹਾਈਐਸਟ ਫ੍ਰੀਕੁਐਂਸੀ ਕਿੰਨੀ ਆ 30, ਨੈਕਸਟ ਹਾਈਐਸਟ ਕਿੰਨੀ ਹੈ ਇਹਦੇ ਤੋਂ ਬਾਅਦ 25। ਦੋਹਾਂ ਦੇ ਵਿੱਚ ਡਿਫਰੈਂਸ ਕਿੰਨਾ 30 ਐਂਡ 25 ਦੇ ਵਿੱਚ 5 ਦਾ। ਇਹਦਾ ਮਤਲਬ ਇਹਦੇ 'ਤੇ ਇੰਸਪੈਕਸ਼ਨ ਮੈਥਡ ਅਸੀਂ ਲਗਾ ਸਕਦੇ ਹਾਂ। ਹੁਣ ਨੈਕਸਟ ਕੰਡੀਸ਼ਨ ਕੀ ਆ, ਇਫ ਮੈਕਸੀਮਮ ਫ੍ਰੀਕੁਐਂਸੀ ਅਕਰਜ਼ ਇਨ ਵੈਰੀ ਬਿਗਨਿੰਗ ਔਰ ਐਟ ਦ ਐਂਡ ਆਫ ਦ ਸੀਰੀਜ਼। ਅਗਰ ਕੋਈ ਜਿਹੜੀ ਫ੍ਰੀਕੁਐਂਸੀ ਹੈਗੀ ਆ
ਉਹ ਸੀਰੀਜ਼ ਦੇ ਬਿਲਕੁਲ ਸ਼ੁਰੂ ਦੇ ਵਿੱਚ ਆ ਜਾਏ ਹਾਈਐਸਟ ਫ੍ਰੀਕੁਐਂਸੀ ਜਾਂ ਐਂਡ ਦੇ ਵਿੱਚ ਹੋਵੇ ਤਾਂ ਵੀ ਜਿਹੜਾ ਹੈ ਅਸੀਂ ਇੰਸਪੈਕਸ਼ਨ ਮੈਥਡ ਯੂਜ਼ ਕਰ ਸਕਦੇ ਹਾਂ। ਤੋ ਹੁਣ ਅਗਰ ਇਹ ਕੰਡੀਸ਼ਨਸ ਦੇ ਵਿੱਚੋਂ ਕੋਈ ਕੰਡੀਸ਼ਨ ਫੁੱਲਫਿਲ ਨਹੀਂ ਹੁੰਦੀ, ਵੈਸੇ ਬੇਸਿਕਲੀ ਇਹ ਦੋ ਕੰਡੀਸ਼ਨਸ ਹੀ ਆਉਂਦੀਆਂ ਆ ਜਦੋਂ ਕਿ ਕਿਸੇ ਐਗਜ਼ਾਮਪਲ ਦੇ ਵਿੱਚ ਜਾਂ ਤਾਂ ਉਹ ਸੀਰੀਜ਼ ਦੇ ਵਿੱਚ ਜਿਹੜਾ ਰਾਈਜ਼ ਐਂਡ ਫਾਲ ਆ ਉਹ ਸਡਨ ਆ ਜਾਂਦਾ ਹੈ ਜਿਹਦੇ ਕਰਕੇ ਅਸੀਂ ਇੰਸਪੈਕਸ਼ਨ ਮੈਥਡ ਨਹੀਂ ਲਗਾ ਸਕਦੇ, ਜਾਂ ਫਿਰ ਜਿਹੜਾ ਹਾਈਐਸਟ ਐਂਡ ਨੈਕਸਟ ਹਾਈਐਸਟ ਵੈਲਿਊ ਦੇ ਵਿੱਚ ਡਿਫਰੈਂਸ ਆ ਉਹ 4 ਨਾਲੋਂ ਘੱਟ ਹੁੰਦਾ ਹੈ। ਤਾਂ ਐਸੇ ਕੇਸਿਸ ਦੇ ਵਿੱਚ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਗਰੁੱਪਿੰਗ ਮੈਥਡ ਹੀ ਯੂਜ਼ ਕਰੀਏ। ਤੋ ਹੁਣ ਅਸੀਂ ਗਰੁੱਪਿੰਗ ਮੈਥਡ ਨੂੰ ਅਪਲਾਈ ਕਰਨਾ ਸਿੱਖਾਂਗੇ ਕਿ ਕਿਸ ਤਰ੍ਹਾਂ ਗਰੁੱਪਿੰਗ ਮੈਥਡ ਜਿਹੜਾ ਹੈ ਉਹ ਅਪਲਾਈ ਕਰਕੇ ਅਸੀਂ ਬਿਲਕੁਲ ਇੱਕ ਜਿਹੜਾ ਰੀਅਲਿਸਟਿਕ ਆਨਸਰ ਹੈਗਾ ਮੋਡ ਦੇ ਲਈ ਉਹ ਫਾਈਂਡ ਕਰ ਸਕਦੇ ਹਾਂ। ਤੋ ਇੱਥੇ ਸਾਡੇ ਕੋਲ ਇੱਕ ਡਿਸਕ੍ਰੀਟ ਸੀਰੀਜ਼ ਦੀ ਐਗਜ਼ਾਮਪਲ ਆ। ਹੁਣ ਇਹਦੇ ਵਿੱਚ ਅਗਰ ਅਸੀਂ ਇੰਸਪੈਕਸ਼ਨ ਮੈਥਡ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ ਤਾਂ ਦੇਖ ਸਕਦੇ ਹਾਂ ਕਿ ਸੀਰੀਜ਼ ਦੇ ਵਿੱਚ ਚਲੋ ਇਨਕਰੀਜ਼ ਐਂਡ ਡਿਕਰੀਜ਼ ਵਾਲੀ ਕੰਡੀਸ਼ਨ ਤੇ ਫੁੱਲਫਿਲ ਹੋ ਰਹੀ ਆ ਕਿ ਹੌਲੀ ਹੌਲੀ ਸੀਰੀਜ਼ ਇਨਕਰੀਜ਼ ਹੋ ਰਹੀ ਆ ਫਿਰ ਹੌਲੀ ਹੌਲੀ ਡਿਕਰੀਜ਼ ਹੋ ਰਹੀ ਆ, ਲੇਕਿਨ ਹਾਈਐਸਟ ਵੈਲਿਊ ਜਿਹੜੀ ਇੱਥੇ ਫ੍ਰੀਕੁਐਂਸੀਜ਼ ਦੀ 12 ਆ ਅਤੇ ਸੈਕਿੰਡ ਹਾਈਐਸਟ ਹੈਗੀ 11। ਦੋਹਾਂ ਦੇ ਵਿੱਚ ਡਿਫਰੈਂਸ ਸਿਰਫ 1 ਦਾ ਆ ਜਿਹੜਾ ਕਿ ਲੈਸ ਦੈਨ 4 ਆ, ਇਸ ਕਰਕੇ ਇੱਥੇ ਇੰਸਪੈਕਸ਼ਨ ਮੈਥਡ ਨਹੀਂ ਲਗਾ ਸਕਦੇ। ਅਗਰ ਇਹ ਕੰਡੀਸ਼ਨ ਫੁੱਲਫਿਲ ਹੋ ਜਾਂਦੀ ਕਿ ਇਹਦੇ 'ਚ ਜਿਹੜਾ 12 ਆ, ਸਪੋਜ਼ ਇੱਥੇ ਸਾਡੇ ਕੋਲ ਜਿਹੜੀ ਸੈਕਿੰਡ ਹਾਈਐਸਟ ਵੈਲਿਊ 7 ਹੁੰਦੀ 6 ਹੁੰਦੀ ਤਾਂ ਡਿਫਰੈਂਸ 4 ਜਾਂ 4 ਨਾਲੋਂ ਜ਼ਿਆਦਾ ਹੁੰਦਾ ਤਾਂ ਸਾਡੇ ਕੋਲ ਆਨਸਰ ਸਿੰਪਲੀ ਆ ਜਾਣਾ ਸੀ ਕਿ ਇਹ ਹਾਈਐਸਟ ਫ੍ਰੀਕੁਐਂਸੀ ਦੇ ਸਾਹਮਣੇ ਜਿਹੜੀ ਵੈਲਿਊ ਆ, ਜਿੱਦਾਂ ਇੱਥੇ 40 ਆ 12 ਦੇ ਸਾਹਮਣੇ, ਤਾਂ ਸਾਡਾ ਆਨਸਰ ਆ ਜਾਣਾ ਸੀ ਮੋਡ ਦਾ। ਲੇਕਿਨ ਹੁਣ ਕਿਉਂਕਿ ਹਾਈਐਸਟ ਐਂਡ ਸੈਕਿੰਡ ਹਾਈਐਸਟ ਦੇ ਵਿਚਕਾਰ ਡਿਫਰੈਂਸ ਜਿਹੜਾ 4 ਨਾਲੋਂ ਘੱਟ ਆ ਅਤੇ ਹੁਣ ਸਾਨੂੰ ਪ੍ਰੋਸੀਡ ਕਰਨਾ ਪਏਗਾ ਗਰੁੱਪਿੰਗ ਮੈਥਡ ਦੇ ਲਈ। ਹੁਣ ਗਰੁੱਪਿੰਗ ਮੈਥਡ ਦੇ ਜਿਹੜੇ ਕੁਛ ਸਟੈਪਸ ਹੈਗੇ ਆ, ਸਾਡੇ ਕੋਲ ਦੋ ਟੇਬਲ ਬਣਦੇ ਆ, ਇੱਕ ਗਰੁੱਪਿੰਗ ਟੇਬਲ ਬਣਦਾ, ਇੱਕ ਐਨਾਲਿਸਿਸ ਟੇਬਲ। ਹੁਣ ਗਰੁੱਪਿੰਗ ਟੇਬਲ ਬਣਾਉਣ ਦੇ ਲਈ ਸਾਡੇ ਕੋਲ ਜਿਹੜੇ ਆ ਕੁਛ ਸਟੈਪਸ ਹੈਗੇ ਆ, ਉਹਦੇ ਲਈ ਸਾਡੇ ਕੋਲ ਟੋਟਲ ਜਿਹੜੇ ਅਸੀਂ 5 ਕਾਲਮਸ ਬਣਾਉਣੇ ਆ। ਇੱਕ ਤੇ ਕਾਲਮ ਸੇਮ ਸਾਡੇ ਕੋਲ ਫ੍ਰੀਕੁਐਂਸੀਜ਼ ਦਾ ਆਲਰੇਡੀ ਜੋ ਹੈ ਇਹ ਐਜ਼ ਇਟ ਇਜ਼ ਅਸੀਂ ਲਵਾਂਗੇ ਐਜ਼ ਅ ਫਸਟ ਕਾਲਮ। ਹੁਣ ਅੱਗੇ ਅਸੀਂ ਹੋਰ ਜਿਹੜੇ 5 ਕਾਲਮ ਬਣਾਉਣੇ ਆ, ਸੈਕਿੰਡ, ਥਰਡ ਕਾਲਮ, ਫੋਰਥ, ਫਿਫਥ ਐਂਡ ਸਿਕਸਥ ਕਾਲਮ। ਹੁਣ ਇਹ ਬਣਨੇ ਕਿੱਦਾਂ ਆ, ਇਹ ਕਾਲਮਸ ਦੀ ਕੈਲਕੂਲੇਸ਼ਨ ਜਿਹੜੀ ਆ C1 ਐਜ਼ ਇਟ ਇਜ਼ ਫ੍ਰੀਕੁਐਂਸੀਜ਼ ਹੋ ਗਈਆਂ, C2 ਦੇ ਵਿੱਚ ਅਸੀਂ ਫ੍ਰੀਕੁਐਂਸੀਜ਼ ਨੂੰ 2 ਦੇ ਜਿਹੜੇ ਪੇਅਰ ਬਣਾ ਦੇਣੇ ਐਡ ਕਰਕੇ, ਜਿਸ ਤਰ੍ਹਾਂ ਇੱਥੇ ਆ 2 + 3 4 + 10 11 + 12, ਇਸ ਤਰ੍ਹਾਂ 2 ਦੇ ਪੇਅਰ ਬਣਾ ਦੇਣੇ ਆ। ਜਿੱਦਾਂ ਹੁਣ ਇੱਥੇ ਮੈਂ ਪੇਅਰ ਬਣਾਵਾਂ, ਕੀ ਬਣਿਆ 2 + 3, ਇਹਦੇ ਸੈਂਟਰ ਦੇ ਵਿੱਚ ਵੈਲਿਊ ਲਿਖਣੀ ਆ 5। ਹੁਣ 4 + 10, ਇੱਦਾਂ ਨਹੀਂ ਕਰਨਾ 3 + 4 ਜਾਂ 4 + 10, ਇਸ ਤਰ੍ਹਾਂ ਅੱਗੇ ਨਾਲ ਨਹੀਂ ਜੋੜਨਾ, 2 ਦਾ ਪੇਅਰ ਹੀ ਲੈਣਾ। 4 + 10 ਇਹਦਾ ਪੇਅਰ ਬਣ ਕੇ ਇਹਦੇ ਸੈਂਟਰ ਦੇ ਵਿੱਚ ਵੈਲਿਊ ਲਿਖਤੀ 14। ਇੱਦਾਂ ਹੀ ਇੱਥੇ 11 + 12 23। ਹੁਣ 3 + 2 5, 1 ਸਿੰਗਲ ਵੈਲਿਊ ਬਚੀ ਆ, ਇਸ ਕਰਕੇ ਇਹਦਾ ਅਸੀਂ ਪੇਅਰ ਨਹੀਂ ਬਣਾ ਸਕਦੇ, ਇਹਨੂੰ ਇੱਦਾਂ ਹੀ ਛੱਡ ਦਾਂਗੇ। ਤਾਂ ਕੀ ਕਰਨਾ, 2 ਦੇ ਪੇਅਰ ਬਣਾ ਕੇ ਉਹਨਾਂ ਦੇ ਸੈਂਟਰ ਦੇ ਵਿੱਚ ਫਿਰ ਵੈਲਿਊ ਲਿਖਾਂਗੇ। ਅਗਲਾ ਜਿਹੜਾ ਸੈਕਿੰਡ ਗਰੁੱਪ ਆ ਉਹ ਸਾਡੇ ਕੋਲ ਕਿਸ ਤਰ੍ਹਾਂ ਬਣੇਗਾ, ਇਹ ਜਿਹੜਾ ਫਸਟ ਗਰੁੱਪ ਸੀ ਇਹਦੇ ਵਿੱਚ ਵੀ ਅਸੀਂ ਹਾਈਐਸਟ ਜਿਹੜੀ ਹੈਗੀ ਵੈਲਿਊ ਉਹਨੂੰ ਸਰਕਲ ਕਰ ਲੈਣਾ 12, ਇਹਦੇ ਵਿੱਚ ਹਾਈਐਸਟ ਕਿਹੜੀ ਆਈ ਆ 23, ਇਹਨੂੰ ਸਰਕਲ ਕਰ ਲਿਆ। ਇਸੇ ਤਰ੍ਹਾਂ ਥਰਡ ਕਾਲਮ ਜਿਹੜਾ ਹੋਏਗਾ ਉਹ ਹੋਏਗਾ 2 + 3, ਦੈਟ ਮੀਨਸ ਕਿ ਪਹਿਲੀ ਫ੍ਰੀਕੁਐਂਸੀ ਨੂੰ ਛੱਡ ਦਿਓ, ਸੈਕਿੰਡ ਤੋਂ ਸ਼ੁਰੂ ਕਰਕੇ 2 ਦੇ ਪੇਅਰ ਬਣਾਉਣੇ ਆ। 2 + 3 ਮਤਲਬ 2 ਵੈਲਿਊਜ਼ ਆਉਣਗੀਆਂ ਇਹਦੇ ਵਿੱਚ, ਲੇਕਿਨ ਫਸਟ ਵੈਲਿਊ ਛੱਡ ਦੇਣੀ ਹੈ, ਸੈਕਿੰਡ ਤੋਂ ਸ਼ੁਰੂ ਕਰਨੀ। ਫਸਟ ਫ੍ਰੀਕੁਐਂਸੀ ਛੱਡਤੀ, ਸੈਕਿੰਡ ਆਹ ਵਾਲੀਆਂ ਸ਼ੁਰੂ ਕੀਤੀਆਂ, ਸੈਕਿੰਡ ਪਲੱਸ ਥਰਡ ਵੈਲਿਊ 3 + 4, ਇਹਦੇ ਸੈਂਟਰ ਦੇ ਵਿੱਚ ਵੈਲਿਊ ਕਿੰਨੀ ਆ ਗਈ 7। ਹੁਣ 10 + 11 21, 12 + 3 15, 2 + 1 3, ਇਹਨਾਂ ਵਿੱਚ ਹਾਈਐਸਟ ਕਿਹੜੀ ਹੈ 21, ਇਹਨੂੰ ਸਰਕਲ ਕਰ ਲਿਆ। ਅਗਲਾ ਫੋਰਥ ਟੇਬਲ ਬਣੇਗਾ ਸਾਡੇ ਕੋਲ 1 2 3, ਮਤਲਬ 3 ਵੈਲਿਊਜ਼ ਨੂੰ ਅਸੀਂ ਐਡ ਕਰਨਾ ਫ੍ਰੀਕੁਐਂਸੀਜ਼ ਨੂੰ, ਫ੍ਰੀਕੁਐਂਸੀਜ਼ 3 ਐਡ ਕਰਾਂਗੇ ਪਹਿਲੀ ਤੋਂ ਸ਼ੁਰੂ ਕਰਕੇ 2 3 4, ਇੱਕ ਪੇਅਰ ਬਣ ਗਿਆ ਸਾਡੇ ਕੋਲ, ਇਹ ਬਣ ਗਿਆ 9। ਵੈਲਿਊ ਲਿਖਣੀ ਆ ਮਿਡ ਦੇ ਵਿੱਚ, ਮਿਡ ਤਿੰਨਾਂ ਵੈਲਿਊਜ਼ ਦਾ ਮਿਡ ਕਿਹੜਾ ਬਣੇਗਾ ਸੈਕਿੰਡ ਵੈਲਿਊ, ਤਾਂ 3 ਦੇ ਸਾਹਮਣੇ ਵੈਲਿਊ ਲਿਖਤੀ। ਅਗਲਾ ਗਰੁੱਪ ਕਿਹੜਾ ਬਣ ਗਿਆ 10 11 ਐਂਡ 12 ਦਾ, ਇਹ ਸਾਡੇ ਕੋਲ ਆ ਗਿਆ ਆਨਸਰ 33।
इस के सामने लिखांगे 11 के सामने। अगला ग्रुप बन गया 3 2 1 का 6 आ गया। ये के सामने लिखांगे इस ग्रुप के सेंटर के 2 के सामने। हुण ये हाईएस्ट केड़ी आ 33। फिफ्थ कॉलम बनेगा साढ़े कोल 2 + 3 + 4 दैट मीनस कि पहली फ्रीकुएंसी छड्ड देनी है। सैकेंड फ्रीकुएंसी तो शुरू करके 3 3 का ग्रुप बनेगा। पहली छड्ड दी, अगलियां 3 3 4 एंड 10 का ग्रुप बन गया। ये 17 आ गया। 4 के सामने वैल्यू लिखांगे वो सेंटर के विच। अगला ग्रुप 11 12 एंड 3। ये आ गया 26। 26 के सामने लिखांगे 11 12 एंड 3 के मिड के 12 के सामने। अगे अगला ग्रुप 2 1 ये दो ही वैल्यूज़ बचियां, इसलिए असी नहीं ग्रुप बना सकते, सानू 3 वैल्यूज़ चाहिए। तो इत्थे असी इन्हों फिर एज इट इज़ ही छड्ड दांगे। ये साडे कोल हाईएस्ट इन्हां दे विच किहड़ी आ 26, उन्होंने सर्कल कर लिया। अगला ग्रुप साडा जिहड़ा 6th ते लास्ट कॉलम आ वो बनेगा 3 4 प्लस। पहलियां दो फ्रीकुएंसीज़ नूं छड्ड के थर्ड तो शुरू करना ऐड करना। पहलियां दो छड्डतियां 4 10 11 3 3 का बनाना ना ग्रुप। तो पहलियां दो छड्ड के तीजी तो स्टार्ट किया 3 4 ते 5। ये साडे कोल कितना आ गया 20 24 एंड 25। 10 के सामने वैल्यू लिखांगे 25। अगला ग्रुप बन गया 12 3 एंड 2 का 17। अगे सिर्फ एक कोई वैल्यू बची है, इसलिए वह ग्रुप नहीं बन सकता। तो हुण इन्हां विच किहड़ी हैगी वैल्यू 25। ये हुण देखो असी हमेशा जो भी ग्रुपिंग मैथड लगावांगे तो दो टेबल बन गए। ये जिहड़ा टेबल है पहला टेबल है, इनू असी ग्रुपिंग टेबल बोलते हैं। ग्रुपिंग टेबल लिए 6 कॉलम चाहिए। 6 कॉलम के पहला कॉलम जो फ्रीकुएंसीज दित्तियां एज इट इज़ वही रहेगा। वो हाईएस्ट फ्रीकुएंसी नू सर्कल कर लिया। सैकेंड कॉलम बनया 1 + 2 दैट मीनस कि 2 2 के पेयर बनाने असी फ्रीकुएंसीज नू ऐड करके और वैल्यू कहदे विच लिखनी सेंटर च। जिहड़ी हाईएस्ट वैल्यू उन्होंने सर्कल कर लेना। थर्ड कॉलम के विच पहली फ्रीकुएंसी छड्ड के अगलियां फ्रीकुएंसीज सैकेंड तो शुरू करके 2 2 का पेयर बनाना। फिर 1 2 3 3 3 का पेयर बनाना पहली तो शुरू करके। फिर 2 3 4 मतलब पहली छड्ड देनी है, सैकेंड तो शुरू करके 3 3 का बनाना। पेयर बनाने वेले ध्यान रखना कि पेयर सिर्फ इदा बनाने जिदा 2 + 3 4 + 10 11 + 12। जिस तरह कॉम्यूलेटिव फ्रीकुएंसी बनाई दी इदा नहीं करना कि ਇਹਦੇ ਵਿੱਚ 2 ਨਾਲ 3 जोड़ते तो अगले 3 ਨਾਲ 4 फिर 4 ਨਾਲ 10 तो 10 ਨਾਲ 11। इस तरह नहीं ऐड करना। सिर्फ 2 2 ਦੇ इंडिविजुअली ग्रुप बना देने आ, इदे 3 3 ਦੇ बना देने आ। ओके, तो ये कन्फ्यूजन ना होवे, इस तरह नहीं तो मिसटेक हो जाएगी। फिर सारियां ये सॉल्व करने तो बाद ऐड करके वैल्यूज़ इन्हां विच जिहड़ियां हाईएस्ट फ्रीकुएंसीज बन रही हैं वो आपां सर्कल कर लईआं। हुण एक एनालिसिस टेबल बनेगा कि इन्हां दे विचों जिहड़ा ये साडे कोल हाईयर बहुत सारियां वैल्यूज़ आ रही हैं, इन्हां दे विचों मॉड किहड़ा आ, तो उहनूं असीं बोलदे हां एनालिसिस टेबल। एनालिसिस टेबल बनाउण दे लई साडे कोल ये जिन्ने एक्सिस दित्ते आ एक्स वैल्यूज़ दे इन्ने कॉलम बनणगे साडे कोल। जिद्दां हुण इत्थे 15 तो 55 तक आ 15 20 25 30 35 40 45 50 55 ये सारे कॉलम बनणगे। ते रोज़ किहड़ियां बन गईयां साडे कोल, जिहड़े आ कॉलम बनाए सी इहदियां हुण रोज़ बन जाणगीआं। फर्स्ट कॉलम सैकेंड थर्ड 4 5th ते 6 कॉलम बनाए सी, ये साडे कोल बन जाणगे रोज़। हुण करना की है असीं कि हरेक कॉलम दे विच जिहड़ी साडे कोल हाईएस्ट वैल्यू आई वो असीं इत्थे टिक करनी जां क्रॉस कर देनी है। टिक लगा सकते हो या क्रॉस जिहड़ा मर्जी साइन यूज़ कर लो। इत्थे देखो एफ दे विच साडे कोल जिहड़ा फ्रीकुएंसी दे विच C1 दे विच हाईएस्ट किहड़ी आ 12। तो इत्थे 12 जिहड़ा आ वो किहदे सामने आ 40 दे सामने। 40 दे विच टिक ला दो। सैकेंड दी 23 हाईएस्ट वैल्यू आ, वो साडे कोल किहदे विच आ 35 एंड 40 दे विच आ। इहदा मतलब 35 एंड 40 दोहां कॉलम्स नूं असीं टिक करांगे। 30 सैकेंड कॉलम के सामने 35 नूं भी टिक करांगे तो 40 नूं भी करांगे। तीजे दे विच जिहड़ी हाईएस्ट वैल्यू हैगी 21 वो हैगी 10 एंड 11 के विचकार। इहदा मतलब 10 एंड 11 के सामने एक्स कितना है 30 एंड 35।
ਤੀਜੇ ਕਾਲਮ ਦੇ ਲਈ 30 ਐਂਡ 35 ਦੋਨੋਂ ਵੈਲਿਊਜ਼ ਨੂੰ ਟਿਕ ਕਰਾਂਗੇ। ਇਸੇ ਤਰ੍ਹਾਂ ਫੋਰਥ ਦੇ ਵਿੱਚ 1 2 3 3 ਦਾ ਪੇਅਰ ਆ। 3 3 ਦੇ ਗਰੁੱਪ ਦੇ ਵਿੱਚ ਦੇਖੋ ਹਾਈਐਸਟ ਕਿੰਨਾ ਹੈ 33। 33 ਕਿਹਦੇ ਸਾਹਮਣੇ ਆਇਆ ਸੀਗਾ 11 ਦੇ। ਦੈਟ ਮੀਨਸ ਆਹ ਵਾਲਾ ਗਰੁੱਪ ਸੀ 10 11 ਐਂਡ 12। ਇਹਨਾਂ ਸਾਹਮਣੇ ਐਕਸ ਕਿੰਨਾ ਹੈ 30 35 ਐਂਡ 40। ਤੋ 30 35 ਐਂਡ 40 ਤਿੰਨਾਂ ਦੇ ਸਾਹਮਣੇ ਅਸੀਂ ਟਿਕ ਲਗਾਵਾਂਗੇ ਜਿਨ੍ਹਾਂ ਤੋਂ 33 ਬਣਿਆ ਸੀ। ਹੁਣ ਅਗਲਾ ਗਰੁੱਪ ਪਹਿਲੀ ਛੱਡ ਕੇ 3 3 ਦਾ ਸੀਗਾ 26 ਕਿਹਦੇ ਸਾਹਮਣੇ ਆਈ ਸੀ 12 ਦੇ ਸਾਹਮਣੇ। ਇਹਦਾ ਮਤਲਬ ਇਹਦਾ ਗਰੁੱਪ ਸੀਗਾ 11 12 ਐਂਡ 3। ਇਹਨਾਂ ਨੂੰ ਐਡ ਕਰਕੇ ਬਣੇ ਸੀ। ਤਾਂ ਇਹਦੇ ਸਾਹਮਣੇ ਵੈਲਿਊਜ਼ ਕਿਹੜੀਆਂ ਕਿਹੜੀਆਂ ਐਕਸ ਦੀਆਂ 35 40 ਐਂਡ 45। ਹੁਣ ਫਿਫਥ ਕਾਲਮ ਦੇ ਵਿੱਚ 35 40 ਐਂਡ 45 ਅੱਗੇ ਅਸੀਂ ਟਿਕ ਲਾਤਾ। ਸਿਕਸਥ ਕਾਲਮ ਦੇ ਵਿੱਚ 3 4 5 ਪਹਿਲੀਆਂ ਦੋ ਛੱਡ ਕੇ 3 4 5। ਅੱਛਾ 4 10 ਐਂਡ 11 ਨੂੰ ਐਡ ਕਰਕੇ 25 ਬਣੇ ਸੀ। ਇਹਦੇ ਸਾਹਮਣੇ ਐਕਸ ਕਿੰਨਾ ਆ 25 30 ਐਂਡ 35। 25 30 ਐਂਡ 35 ਇੱਥੇ ਅਸੀਂ ਟਿਕ ਕਰਤੇ। ਹੁਣ ਇਹ ਟਿਕਸ ਨੂੰ ਐਡ ਕਰ ਲਓ ਵੀ ਕਾਲਮ ਵਾਈਜ਼ ਕਿਹਦੇ ਵਿੱਚ ਸਭ ਤੋਂ ਜ਼ਿਆਦਾ ਆ। ਇੱਥੇ ਕੋਈ ਨਹੀਂ ਆ 1 ਇਹਦੇ ਵਿੱਚ 3 ਆ ਗਏ 1 2 3 4 5 1 2 3 4 ਅਤੇ ਇੱਥੇ ਆ ਗਿਆ 1। ਹੁਣ ਇਹਦੇ ਵਿੱਚ ਦੇਖੋ ਜੀ ਮੈਕਸੀਮਮ ਕਿਹੜਾ ਆ 5 5 ਦੇ ਸਾਹਮਣੇ ਐਕਸ ਕਿੰਨਾ ਆ 35। ਤਾਂ ਦਿਸ ਇਜ਼ ਅਵਰ ਮੋਡ। ਇਸ ਤਰ੍ਹਾਂ ਗਰੁੱਪਿੰਗ ਮੈਥਡ ਅਸੀਂ ਅਪਲਾਈ ਕਰਦੇ ਹਾਂ। ਹੁਣ ਅਗਰ ਇੱਥੇ ਕੋਈ ਵੈਲਿਊ ਜਿਹੜੀ ਆ ਉਹ ਸੇਮ ਆ ਜਾਂਦੀ ਦੇਖੋ ਕੀ ਕਰਨਾ ਕੀ ਆ ਕਿ ਹਾਈਐਸਟ ਦੇਖਣਾ ਨੰਬਰ ਆਫ ਟਿਕਸ ਕਿਹਦਾ ਆ। ਜੇ ਉਹਦੇ ਸਾਹਮਣੇ ਜਿੰਨਾ ਐਕਸ ਆ ਉਹ ਤੁਹਾਡੇ ਕੋਲ ਆਨਸਰ ਆ ਗਿਆ ਮੋਡ ਦਾ। ਅਗਰ ਇੱਥੇ ਟਾਈ ਹੋ ਜਾਂਦਾ ਸਪੋਜ਼ ਇੱਥੇ ਵੀ 4 ਟਿਕਸ ਇੱਥੇ ਵੀ 4 ਹੁੰਦੇ ਜਾਂ ਇੱਥੇ ਵੀ 5 ਹੁੰਦੇ ਮਤਲਬ ਕਿ ਇਹ ਦੋਨੋਂ ਬਰਾਬਰ ਹੋ ਜਾਂਦੇ ਫਿਰ ਇਹ ਬਣ ਜਾਂਦੀ ਆ ਬਾਈ ਮੋਡਲ ਸੀਰੀਜ਼। ਫਿਰ ਇਹਨੂੰ ਕਿਹੜੀ ਸੀਰੀਜ਼ ਬੋਲਦੇ ਆ ਬਾਈ ਮੋਡਲ। ਜਦੋਂ ਬਾਈ ਮੋਡਲ ਸੀਰੀਜ਼ ਆ ਜਾਏ ਫਿਰ ਉਹਦਾ ਹੱਲ ਇਹੀ ਹੁੰਦਾ ਹੈ ਕਿ ਸਾਨੂੰ ਫਿਰ ਮੋਡ ਜਿਹੜਾ ਮੋਡ ਦੇ ਫਾਰਮੂਲੇ ਨਾਲ ਪਤਾ ਨਹੀਂ ਚੱਲ ਸਕਦਾ। ਸਾਨੂੰ ਫਿਰ ਮੋਡ ਫਾਈਂਡ ਕਰਨਾ ਪੈਂਦਾ ਆ ਮੀਡੀਅਨ ਐਂਡ ਜੋ ਮੀਨ ਦੀ ਹੈਲਪ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਇੰਪੀਰੀਕਲ ਰਿਲੇਸ਼ਨਸ਼ਿਪ ਆਫ ਮੀਨ ਮੀਡੀਅਨ ਐਂਡ ਮੋਡ। empirical relation of mean median mode ਇਹ ਹੁੰਦਾ z is equal to 3 median minus 2 mean। ਇੱਕ ਕਿਸ ਕੇਸ 'ਚ ਅਸੀਂ ਇਹਦੇ ਤੋਂ ਆਨਸਰ ਫਾਈਂਡ ਕਰਨਾ ਇਨ ਕੇਸ ਆਫ ਏ ਬਾਈ ਮੋਡਲ ਸੀਰੀਜ਼। ਹੁਣ ਦੇਖੋ ਪਹਿਲਾ ਸਟੈਪ ਕੀ ਕੀਤਾ ਡਿਸਕ੍ਰੀਟ ਸੀਰੀਜ਼ ਦਾ ਨੂਮੈਰੀਕਲ ਆ ਗਿਆ ਇੰਸਪੈਕਸ਼ਨ ਮੈਥਡ ਲਾਇਆ। ਇੰਸਪੈਕਸ਼ਨ ਮੈਥਡ ਦੀਆਂ ਕੰਡੀਸ਼ਨਸ ਨਹੀਂ ਫੁੱਲਫਿਲ ਹੁੰਦੀਆਂ ਗਰੁੱਪਿੰਗ ਮੈਥਡ ਲਾਇਆ। ਗਰੁੱਪਿੰਗ ਮੈਥਡ ਦੇ ਵਿੱਚ ਦੋ ਟੇਬਲ ਬਣੇ ਗਰੁੱਪਿੰਗ ਟੇਬਲ ਐਂਡ ਐਨਾਲਿਸਿਸ ਟੇਬਲ। ਅਗਰ ਤੇ ਐਨਾਲਿਸਿਸ ਟੇਬਲ ਦੇ ਵਿੱਚ ਕੋਈ ਮੈਕਸੀਮਮ ਵੈਲਿਊ ਆ ਗਈ ਤਾਂ ਉਹ ਤੁਹਾਡਾ ਆਨਸਰ ਉਹਦੇ ਸਾਹਮਣੇ ਜਿੰਨੀ ਐਕਸ ਹੈਗਾ ਆ ਉਹ ਤੁਹਾਡਾ ਆਨਸਰ ਆ ਗਿਆ ਮੋਡ ਦਾ। ਅਗਰ ਨਹੀਂ ਇੱਦਾਂ ਹੋਇਆ ਇੰਪੀਰੀਕਲ ਫਿਰ ਰਿਲੇਸ਼ਨ ਯੂਜ਼ ਕਰਨਾ ਪੈਣਾ। ਅਗਰ ਬਾਈ ਮੋਡਲ ਸੀਰੀਜ਼ ਜਾਂ ਟਰਾਈ ਮੋਡਲ ਸੀਰੀਜ਼ ਬਣ ਗਈ ਕਿ ਜਿਹੜੇ ਨੰਬਰ ਆਫ ਟਿਕਸ ਆ ਉਹ ਇਕੁਅਲ ਆ ਰਹੇ ਆ 2 ਜਾਂ 3 ਦੇ ਵਿੱਚ ਉਸ ਕੇਸ ਦੇ ਵਿੱਚ ਫਿਰ ਜਿਹੜਾ ਮੋਡ ਫਾਈਂਡ ਕਰਨ ਦਾ ਇੱਕੋ ਹੀ ਤਰੀਕਾ ਬਚਦਾ ਇੰਪੀਰੀਕਲ ਰਿਲੇਸ਼ਨ ਯੂਜ਼ ਕਰਨਾ। ਤਾਂ ਇੰਪੀਰੀਕਲ ਰਿਲੇਸ਼ਨ ਜਿਹੜਾ ਮੀਨ ਮੀਡੀਅਨ ਮੋਡ ਦਾ ਹੁੰਦਾ ਉਹ ਹੁੰਦਾ z ਇਜ਼ ਇਕੁਅਲ ਟੂ 3 ਮੀਡੀਅਨ ਮਾਈਨਸ 2 ਮੀਨ। ਦੈਟ ਮੀਨਸ ਹੁਣ ਤੁਹਾਨੂੰ ਇਸ ਸੀਰੀਜ਼ ਦਾ ਡਿਸਕ੍ਰੀਟ ਸੀਰੀਜ਼ ਦਾ ਪਹਿਲੇ ਮੀਨ ਫਾਈਂਡ ਕਰਨਾ ਪਊਗਾ ਅਤੇ ਮੀਡੀਅਨ ਫਾਈਂਡ ਕਰਨਾ ਪਏਗਾ ਫਿਰ ਇਹ ਫਾਰਮੂਲੇ 'ਚ ਪੁੱਟ ਕਰਕੇ ਤੁਸੀਂ ਉਹਦਾ ਮੋਡ ਫਾਈਂਡ ਕਰ ਸਕਦੇ ਹਾਂ। ਹੁਣ ਨੈਕਸਟ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਇੱਕ ਕੰਟੀਨਿਊਸ ਸੀਰੀਜ਼ ਦੇ ਲਈ ਅਸੀਂ ਕਿਸ ਤਰ੍ਹਾਂ ਮੋਡ ਫਾਈਂਡ ਕਰ ਸਕਦੇ ਹਾਂ।